ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀਆਂ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਜੀਵਨ ਦਾ ਭਾਗ 30ਵਾਂ ਸਾਂਝਾ ਕਰਾਂਗੇ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ ਗਿਆਨੀ ਸੁਰਜੀਤ ਸਿੰਘ ਸੋਧੀ, ਜੋ ਕਿ ਜਥੇ ਦੇ ਦੂਸਰੇ ਸਿੰਘਾਂ ਵਾਂਗ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੱਚਖੰਡ ਪਿਆਨਾ ਕਰ ਜਾਣ ਉਪਰੰਤ ਬੜੇ ਹੀ ਮਾਨਸਿਕ ਤੌਰ ਤੇ ਗਮਹੀਨ ਸਨ ਅਤੇ ਮਨ ਹੀ ਮਨ ਦੇ ਵਿੱਚ ਸੋਚ ਰਹੇ ਸਨ ਕਿ ਸ਼ਾਇਦ ਟਕਸਾਲ ਦੀ ਪਹਿਲਾਂ ਵਾਂਗ ਕਥਾ ਦੀ ਪੜ੍ਹਾਈ ਪ੍ਰਚਲਿਤ ਨਾ ਰਹਿ ਸਕੇ। ਇਸ ਲਈ ਉਹਨਾਂ ਮਨ ਦੇ ਵਿੱਚ ਸੋਚਿਆ ਕਿ ਸੰਤਾਂ ਦੀ ਯਾਦ ਵਿੱਚ ਰੱਖੇ ਪਾਠਾਂ ਦੀ ਲੜੀ ਦੇ ਭੋਗ ਉਪਰੰਤ ਚੁੱਪਚਾਪ ਉਹ ਇੱਥੋਂ ਚਲੇ ਜਾਣਗੇ ਅਤੇ ਕਿਸੇ ਨਾ ਕਿਸੇ ਸਥਾਨ ਤੇ ਰਹਿ ਕੇ ਜਿੰਨਾ ਵੀ ਹੋ ਸਕੇ ਗੁਰਮਤਿ ਦੀ ਵਿਦਿਆ ਵਿਦਿਆਰਥੀਆਂ ਨੂੰ ਪੜਾਉਣ ਦਾ ਯਤਨ ਕਰਨਗੇ। ਪਰ ਹਾਲੇ ਇਹ ਨਿਰਣਾ ਨਹੀਂ ਸਨ ਕਰ ਸਕੇ ਕਿ ਕਿਸ ਜਗ੍ਹਾ ਤੇ ਜਾ ਕੇ ਰਹਿਣਾ ਹੈ। ਜਿਸ ਦਿਨ 126 ਸ਼੍ਰੀ ਅਖੰਡ ਪਾਠ ਸਾਹਿਬਾਨਾਂ ਦੀ ਲੜੀ ਦੇ ਭੋਗ ਪਾਏ ਗਏ ਤਾਂ ਗਿਆਨੀ ਸੁਰਜੀਤ ਸਿੰਘ ਸੋਧੀ ਚੁੱਪਚਾਪ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਕਮਰੇ ਦੇ ਵਿੱਚ ਆ ਗਏ ਅਤੇ ਤੋਂ ਆਪਣਾ ਜ਼ਰੂਰੀ ਸਮਾਨ, ਪਹਿਨਣ ਵਾਲੇ ਵਸਤਰ, ਪੜ੍ਹਨ ਵਾਲੀਆਂ ਪੋਥੀਆਂ ਆਦਿ ਸਾਂਭ ਕੇ ਇੱਥੋਂ ਜਾਣ ਦੀ ਤਿਆਰੀ ਕਰ ਲਈ। ਜਦੋਂ ਗੁਰਦੁਆਰਾ ਸਾਹਿਬ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਜਥੇ ਦੀ ਲੜੀਵਾਰ ਕਥਾ ਦੀ ਆਰੰਭਤਾ ਕੀਤੀ ਤਾਂ ਗਿਆਨੀ ਸੁਰਜੀਤ ਸਿੰਘ ਸੋਧੀ ਆਪਣੇ ਕਮਰੇ ਦੇ ਬਾਹਰ ਬਰਾਂਡੇ ਦੇ ਵਿੱਚ ਆਪਣਾ ਸਮਾਨ ਰੱਖ ਕੇ ਮਹਿਤੇ ਚੌਂਕ ਵੱਲ ਜਾਣ ਵਾਸਤੇ ਕਿਸੇ ਸਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਕਥਾ ਦੀ ਆਵਾਜ਼ ਪਈ ਤਾਂ ਉਹ ਬੜੇ ਧਿਆਨ ਦੇ ਨਾਲ ਕਥਾ ਸੁਣਨ ਲੱਗੇ। ਉਹਨਾਂ ਨੂੰ ਇਉਂ ਲੱਗਿਆ ਜਿਵੇਂ ਵੱਡੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਥਾ ਕਰਦੇ ਹੋਣ। ਕਾਫੀ ਸਮਾਂ ਕਥਾ ਸੁਣਦਿਆਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਪ੍ਰਤੀਤ ਹੋਇਆ ਤਾਂ ਉਹਨਾਂ ਨੇ ਜਥੇ ਦੇ ਇੱਕ ਭੁਜੰਗੀ ਨੂੰ ਬੁਲਾ ਕੇ ਕਿਹਾ ਕਿ ਤੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਤੇ ਵੇਖ ਕੇ ਆ ਕਿ ਕਥਾ ਦੀ ਟੇਪ ਰਿਕਾਰਡ ਲੱਗੀ ਹੋਈ ਹੈ ਜਾਂ ਕੋਈ ਹੋਰ ਕਥਾ ਕਰ ਰਿਹਾ ਹੈ। ਉਹ ਭੁਜੰਗੀ ਗੁਰਦੁਆਰੇ ਸਾਹਿਬ ਗਿਆ ਤੇ ਕੁਝ ਸਮੇਂ ਬਾਅਦ ਉਸਨੇ ਵਾਪਸ ਆ ਕੇ ਦੱਸਿਆ ਕਿ ਟੇਪ ਰਿਕਾਰਡ ਨਹੀਂ ਲੱਗੀ, ਕੋਈ ਸਿੰਘ ਕਥਾ ਕਰ ਰਿਹਾ ਹੈ। ਤਾਂ ਸੋਧੀ ਜੀ ਨੇ ਪੁੱਛਿਆ ਕਿ ਕੌਣ ਸਿੰਘ ਕਥਾ ਵਿਚਾਰ ਕਰ ਰਿਹਾ ਹੈ ਤਾਂ ਉਸਨੇ ਕਿਹਾ ਜਿਸ ਨੂੰ ਤੁਸੀਂ ਨਵਾਂ ਸੰਤ ਚੁਣਿਆ ਹੈ ਉਹ ਹੀ ਹੈ। ਤਾਂ ਸੋਧੀ ਜੀ ਨੇ ਤਸੱਲੀ ਕਰਨ ਵਾਸਤੇ ਚਾਹਿਆ ਕਿ ਮੈਂ ਖੁਦ ਜਾ ਕੇ ਵੇਖਾਂ, ਸ਼ਾਇਦ ਇਸ ਭੁਜੰਗੀ ਨੂੰ ਮੇਰੀ ਗੱਲ ਦੀ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ। ਇਸ ਲਈ ਸੋਧੀ ਜੀ ਆਪ ਗੁਰਦੁਆਰਾ ਸਾਹਿਬ ਗਏ ਤੇ ਰਸਤੇ ਦੇ ਵਿੱਚ ਜਾਂਦਿਆਂ ਵੀ ਧਿਆਨ ਨਾਲ ਕਥਾ ਸੁਣ ਰਹੇ ਸਨ ਅਤੇ ਇਵੇਂ ਹੀ ਮਹਿਸੂਸ ਹੋ ਰਿਹਾ ਸੀ ਕਿ ਸੰਤ ਵੱਡੇ ਜੋ ਸਨ ਉਹ ਕਥਾ ਕਰ ਰਹੇ ਹਨ। ਉਹ ਅੰਦਰ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਵੇਖਿਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕਥਾ ਕਰ ਰਹੇ ਨੇ। ਉਹਨਾਂ ਨੇ ਕੁਝ ਸਮਾਂ ਅੰਦਰ ਬੈਠ ਕੇ ਕਥਾ ਸੁਣੀ ਅਤੇ ਫਿਰ ਮੱਥਾ ਟੇਕ ਕੇ ਬਾਹਰ ਆ ਗਏ ਤੇ ਚੁੱਪਚਾਪ ਆਪਣਾ ਸਮਾਨ ਫਿਰ ਆਪਣੇ ਕਮਰੇ ਦੇ ਵਿੱਚ ਰੱਖ ਦਿੱਤਾ। ਮਨ ਹੀ ਮਨ ਵਿੱਚ ਸੋਚਣ ਲੱਗੇ, ਮੇਰੇ ਮਨ ਵਿੱਚ ਬਹੁਤ ਵੱਡਾ ਭੁਲੇਖਾ ਸੀ ਜੋ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਕਿਰਪਾ ਕਰਕੇ ਕੱਢ ਦਿੱਤਾ ਹੈ, ਕਿਉਂਕਿ ਉਹ ਆਪ ਹੀ ਇਸ ਟਕਸਾਲ ਦੇ ਮਾਲਕ ਨੇ। ਇਸ ਲਈ ਉਹ ਆਪ ਹੀ ਦਮਦਮੀ ਟਕਸਾਲ ਦੀ ਵਿਦਿਆ ਪ੍ਰਣਾਲੀ ਨੂੰ ਪ੍ਰਚਲਿਤ ਰੱਖਣਗੇ ਅਤੇ ਇਹ ਸੇਵਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਉੱਪਰ ਕਿਰਪਾ ਕਰਕੇ ਉਹਨਾਂ ਤੋਂ ਹੀ ਲੈਣਗੇ। ਗਿਆਨੀ ਸੁਰਜੀਤ ਸਿੰਘ ਸੋਧੀ ਅੱਜ ਵੀ ਦਮਦਮੀ ਟਕਸਾਲ ਵਿਖੇ ਰਹਿ ਕੇ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾ ਰਹੇ ਨੇ ਅਤੇ ਨਾਲ ਕਈ ਪੜਾਵਾਂ ਤੇ ਵੀ ਵਿਦਿਆ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿੱਥੇ ਦਮਦਮੀ ਟਕਸਾਲ ਦੇ ਪੜ੍ਹੇ ਹੋਏ ਵਿਦਵਾਨ ਗਿਆਨੀ ਉਸਤਾਦ ਰੱਖ ਕੇ ਗੁਰਮਤਿ ਦੀ ਵਿਦਿਆ ਪੜ੍ਹਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।